ਸਵਾਗਤ ਹੈ ਸਾਰੇ ਦਰਸ਼ਕਾਂ ਦਾ। ਤੁਸੀਂ ਵੇਖ ਰਹੇ ਹੋ ਪੀਟੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਕੀ ਸਮਝੀਏ ਤੇ ਮੈਂ ਹਾਂ ਤੁਹਾਡੇ ਨਾਲ ਲਵਪ੍ਰੀਤ ਪੰਗੜ। ਅੱਜ ਆਪਣੇ ਇਸ ਖਾਸ ਪ੍ਰੋਗਰਾਮ 'ਚ ਤੁਹਾਨੂੰ ਬਜਟ ਸਮਝਾਵਾਂਗੇ। जी हाँ, केंद्रीय वित्त मंत्री निर्मला सीतारमण के वलों बजट पेश किया गया जो मोदी सरकार के दूजे कार्यकाल का आखिरी पूरा बजट सी। इस बजट दे विच कई ऐलान किए गए, कई वादे किए गए, कई दावे किए गए, इत्थों तक कि कई नवे शब्द भी सुनने को मिले ने। इस बजट को लैके सियासत भी खूब हो रही है, पर इस सब दे विचाले आम लोगों को की मिलिया है, तुहानू की मिलिया है, कि सस्ता होया है, कि महंगा होया है, तमाम जानकारी देवांगे अपनी इस पहली रिपोर्ट दे विच। देश की संसद विच साल 2023-24 के लिए पेश किया गया केंद्रीय बजट कई मायनिਆਂ ਦੇ ਵਿੱਚ ਖਾਸ ਸੀ। ਸਭ ਤੋਂ ਪਹਿਲੀ ਗੱਲ ਇਹ ਕਿ ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਅਖੀਰਲਾ ਪੂਰਾ ਬਜਟ ਸੀ, ਜਿਸ ਕਰਕੇ ਹਰ ਕਿਸੇ ਨੂੰ ਇਸ ਬਜਟ ਤੋਂ ਖਾਸੀਆਂ ਉਮੀਦਾਂ ਸਨ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣੇ ਬਜਟ ਸਪੀਚ ਦੀ ਸ਼ੁਰੂਆਤ ਇਸ ਨੂੰ ਅੰਮ੍ਰਿਤ ਕਾਲ ਦਾ ਪਹਿਲਾ ਬਜਟ ਦੱਸਦੇ ਹੋਏ ਕੀਤੀ। ਆਜ਼ਾਦੀ ਦੇ 75ਵੇਂ ਵਰ੍ਹੇ ਤੋਂ 100ਵੇਂ ਵਰ੍ਹੇ ਤੱਕ ਦੇ 25 ਸਾਲ ਨੂੰ ਕੇਂਦਰ ਸਰਕਾਰ ਵੱਲੋਂ ਅੰਮ੍ਰਿਤ ਕਾਲ ਦਾ ਨਾਮ ਦਿੱਤਾ ਗਿਆ ਹੈ ਅਤੇ ਨਿਰਮਲਾ ਸੀਤਾਰਮਣ ਨੇ ਦਾਅਵਾ ਕੀਤਾ ਕਿ ਇਹ ਬਜਟ ਆਉਣ ਵਾਲੇ ਸਾਲਾਂ ਵਿੱਚ ਦੇਸ਼ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਏਗਾ ਅਤੇ ਜਿਸ ਤਰੀਕੇ ਨਾਲ ਦੇਸ਼ ਦਾ ਹਰ ਵਰਗ ਇਸ ਬਜਟ ਵਿੱਚ ਵੱਡੀ ਰਾਹਤ ਦੀ ਆਸ ਕਰ ਰਿਹਾ ਸੀ, ਉਸ ਨੂੰ ਵੇਖਦੇ ਹੋਏ ਕਈ ਨਵੇਂ ਅਤੇ ਕਈ ਵੱਡੇ ਐਲਾਨ ਵੀ ਕੀਤੇ ਗਏ ਅਤੇ ਸਭ ਤੋਂ ਵੱਡਾ ਐਲਾਨ ਜੋ ਖਾਸ ਤੌਰ ਤੇ ਨੌਕਰੀ ਪੇਸ਼ਾ ਮਿਡਲ ਕਲਾਸ ਦੇ ਲਈ ਸੀ, ਉਹ ਸੀ ਇਨਕਮ ਟੈਕਸ ਵਿੱਚ ਦਿੱਤੀ ਗਈ ਛੋਟ, ਜਿਸ ਦੇ ਮੁਤਾਬਿਕ ਹੁਣ ਨਵੀਂ ਇਨਕਮ ਟੈਕਸ ਵਿਵਸਥਾ ਦੇ ਤਹਿਤ 7 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਲੱਗੇਗਾ, ਜਦਕਿ 7 ਲੱਖ ਤੋਂ ਵੱਧ ਆਮਦਨ ਵਾਲਿਆਂ ਦੇ ਲਈ ਵੱਖ-ਵੱਖ ਟੈਕਸ ਸਲੈਬ ਬਣਾਏ ਗਏ ਨੇ, ਜਿਸ ਦੇ ਮੁਤਾਬਿਕ ਹੁਣ ਨਵੀਂ ਇਨਕਮ ਟੈਕਸ ਵਿਵਸਥਾ ਦੇ ਤਹਿਤ 7 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਲੱਗੇਗਾ, ਜਦਕਿ 7 ਲੱਖ ਤੋਂ ਵੱਧ ਆਮਦਨ ਵਾਲਿਆਂ ਦੇ ਲਈ ਵੱਖ-ਵੱਖ ਟੈਕਸ ਸਲੈਬ ਬਣਾਏ ਗਏ ਨੇ, ਜਿਸ ਦੇ ਮੁਤਾਬਿਕ ਜੇ ਤੁਹਾਡੀ ਆਮਦਨ 3 ਲੱਖ ਰੁਪਏ ਤੱਕ ਹੈ ਤਾਂ 0% ਟੈਕਸ ਹੋਏਗਾ, ਜਦੋਂ ਕਿ 3 ਤੋਂ 6 ਲੱਖ ਦੇ ਵਿਚਾਲੇ 5%, 6 ਤੋਂ 9 ਲੱਖ ਦੇ ਵਿਚਾਲੇ ਆਮਦਨ ਵਾਲੇ ਤੇ 10%, 9 ਤੋਂ 12 ਲੱਖ ਰੁਪਏ ਵਾਲੇ ਤੇ 15%, 12 ਤੋਂ 15 ਲੱਖ ਰੁਪਏ ਦੀ ਆਮਦਨ ਵਾਲੇ ਲਈ 20%, 15 ਲੱਖ ਰੁਪਏ ਤੋਂ ਵੱਧ ਦੀ ਆਮਦਨ ਤੇ 30% ਦੀ ਟੈਕਸ ਲੱਗੇਗਾ। Persons in the new tax regime with income up to 7 lakhs will not have to pay any tax at all. The new tax rates are 0 to 3 lakh, nil. 3 to 6 lakhs, 5%. 6 to 9 lakhs, 10%. 9 to 12 lakh, 15%. 12 to 15 lakhs, 20%. And above 15 lakhs, 30%. This will provide major relief to all taxpayers in the new regime. An individual with an annual income of 9 lakhs will be required to pay only 45,000 rupees. This is only 5% of his or her income. ਖਾਸ ਗੱਲ ਇਹ ਹੈ ਕਿ ਇਨਕਮ ਟੈਕਸ ਤੇ ਛੋਟ 5 ਲੱਖ ਤੋਂ ਵਧਾ ਕੇ 7 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ, ਪਰ ਇਹ ਛੋਟ ਨਵੇਂ ਰਿਜਮ ਦੇ ਤਹਿਤ ਟੈਕਸ ਫਾਈਲ ਕਰਨ ਵਾਲਿਆਂ ਤੇ ਹੀ ਲਾਗੂ ਹੋਏਗੀ। ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਟੈਕਸ ਵਿੱਚ ਦਿੱਤੀ ਗਈ ਇਹ ਛੋਟ ਸਿਰਫ ਉਹਨਾਂ ਲੋਕਾਂ ਨੂੰ ਹੀ ਮਿਲੇਗੀ ਜੋ ਨਵੀਂ ਟੈਕਸ ਵਿਵਸਥਾ ਨੂੰ ਅਪਣਾਉਣਗੇ। ਪੁਰਾਣੀ ਟੈਕਸ ਵਿਵਸਥਾ, ਜਿਸ ਵਿੱਚ ਕਈ ਤਰ੍ਹਾਂ ਦੀ ਬਚਤ ਦੇ ਨਾਲ ATC ਜਾਂ ਹੋਰ ਸਟੈਂਡਰਡ ਡਿਡਕਸ਼ਨ ਹੁੰਦੀ ਹੈ, ਉਸ ਦੇ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹੁਣ ਤੁਹਾਨੂੰ ਦੱਸਦੇ ਹਾਂ ਕਿ ਬਜਟ ਵਿੱਚ ਕੀ ਸਸਤਾ ਹੋਇਆ ਅਤੇ ਕੀ ਮਹਿੰਗਾ। ਗੱਲ ਸਸਤੇ ਦੀ ਕੀਤੀ ਜਾਏ ਤਾਂ ਕਈ ਮੋਬਾਈਲਾਂ ਦੇ ਸਸਤੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਕੈਮਰੇ ਦੇ ਲੈਂਸ ਤੇ ਐਕਸਪੋਰਟ ਡਿਊਟੀ ਘਟਾ ਦਿੱਤੀ ਗਈ ਹੈ। LED TV ਦੇ ਵੀ ਸਸਤੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਲੈਕਟ੍ਰਿਕ ਕਾਰਾਂ, ਖਿਡੌਣੇ, ਸਾਈਕਲ ਸਸਤੇ ਹੋਣਗੇ, ਜਦੋਂ ਕਿ ਸੋਨਾ, ਚਾਂਦੀ, ਪਲੈਟੀਨਮ, ਸਿਗਰਟ, ਇੰਪੋਰਟਡ ਦਰਵਾਜ਼ੇ, ਰਸੋਈ ਦੀਆਂ ਵਿਦੇਸ਼ੀ ਚਿਮਨੀਆਂ, ਵਿਦੇਸ਼ੀ ਖਿਡੌਣੇ ਮਹਿੰਗੇ ਹੋ ਜਾਣਗੇ। ਇਸ ਤੋਂ ਇਲਾਵਾ ਵੀ ਕਈ ਐਲਾਨ ਖਜ਼ਾਨਾ ਮੰਤਰੀ ਵੱਲੋਂ ਕੀਤੇ ਗਏ, ਜਿਨ੍ਹਾਂ ਵਿੱਚ ਨੌਜਵਾਨਾਂ ਲਈ 3 ਨਵੇਂ ਸਕਿੱਲ ਇੰਡੀਆ ਸੈਂਟਰ ਖੋਲ੍ਹੇ ਜਾਣ ਦਾ ਐਲਾਨ ਕੀਤਾ ਗਿਆ, 38,000 ਅਧਿਆਪਕਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਗਿਆ, ਰੇਲਵੇ ਸੈਕਟਰ ਵਿੱਚ ਨਵੀਆਂ ਲਾਈਨਾਂ ਪਾਉਣ ਲਈ 75,000 ਕਰੋੜ ਰੁਪਏ ਰੱਖੇ ਗਏ, ਜਦੋਂ ਕਿ ਰੇਲਵੇ ਦਾ ਕੁੱਲ ਬਜਟ 2,40,000 ਕਰੋੜ ਰੁਪਏ ਤੱਕ ਵਧਾ ਦਿੱਤਾ ਗਿਆ। ਬੱਚਿਆਂ ਤੇ ਨੌਜਵਾਨਾਂ ਲਈ ਡਿਜੀਟਲ ਲਾਇਬ੍ਰੇਰੀ ਬਣਾਉਣ ਦਾ ਐਲਾਨ ਕੀਤਾ ਗਿਆ। 157 ਨਵੇਂ ਮੈਡੀਕਲ ਕਾਲਜਾਂ ਵਿੱਚੋਂ
140 ਨਰਸਿੰਗ ਕਾਲਜ ਖੋਲੇ ਜਾਣ ਦਾ ਐਲਾਨ ਕੀਤਾ ਗਿਆ। ਆਦੀਵਾਸੀਆਂ ਲਈ ਨਵੇਂ ਸਕੂਲ ਖੋਲੇ ਜਾਣਗੇ। 2047 ਤੱਕ ਸਰਕਾਰ ਦੀ ਕੋਸ਼ਿਸ਼ ਹੈ ਕਿ ਬੱਚਿਆਂ ਵਿੱਚ ਖੂਨ ਦੀ ਕਮੀ ਖਤਮ ਕੀਤੀ ਜਾਏ। 50 ਨਵੇਂ 에ਅਰਪੋਰਟ ਬਣਾਏ ਜਾਣਗੇ। ਕਾਰੋਬਾਰ ਵਿੱਚ ਪੈਨ ਕਾਰਡ ਨੂੰ ਪਛਾਣ ਪੱਤਰ ਵਜੋਂ ਮਾਨਤਾ ਦੇ ਦਿੱਤੀ ਗਈ ਹੈ। ਕਾਰੋਬਾਰ ਵਿੱਚ KYC ਨੂੰ ਆਸਾਨ ਬਣਾਇਆ ਜਾਏਗਾ। 2026 ਤੱਕ ਫਿਸਕਲ ਡੈਫਿਸਿਟ ਯਾਨੀ ਵਿੱਤੀ ਘਾਟਾ 4.5% ਤੱਕ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ। ਬਜ਼ੁਰਗਾਂ ਲਈ ਖਾਤੇ ਵਿੱਚ ਜਮ੍ਹਾਂ ਰਾਸ਼ੀ ਦੀ ਮਿਆਦ ਵਧਾ ਕੇ 15 ਲੱਖ ਤੋਂ 30 ਲੱਖ ਰੁਪਏ ਕਰ ਦਿੱਤੀ ਗਈ ਹੈ। ਗਰੀਬਾਂ ਨੂੰ ਮੁਫਤ ਅਨਾਜ ਵੰਡਣ ਦੇ ਲਈ 2 ਲੱਖ ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕਿਸਾਨਾਂ ਨੂੰ ਕ੍ਰੈਡਿਟ ਕਾਰਡ ਦੇ ਜ਼ਰੀਏ 20 ਲੱਖ ਕਰੋੜ ਤੱਕ ਦਾ ਕਰਜ਼ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਖੇਤੀਬਾੜੀ ਸੈਕਟਰ ਵਿੱਚ ਸਟਾਰਟਅਪ ਨੂੰ ਉਤਸ਼ਾਹਿਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਬਾਗਵਾਨੀ ਦੇ ਲਈ 2200 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਨੇ ਤੇ ਮੋਟੇ ਅਨਾਜ ਦੀ ਪੈਦਾਵਾਰ ਨੂੰ ਵੀ ਉਤਸ਼ਾਹਿਤ ਕੀਤਾ ਜਾਏਗਾ। ਬਜਟ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਨੂੰ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਪਹਿਲਾ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਇਸ ਬਜਟ ਨਾਲ ਸਭ ਤੋਂ ਵੱਧ ਫਾਇਦਾ ਗਰੀਬਾਂ ਨੂੰ ਹੋਏਗਾ। समृद्ध और विकसित भारत के सपनों को पूरा करने के लिए मध्यम वर्ग एक बहुत बड़ी ताकत है। जैसे भारत की युवा शक्ति ये भारत का विशेष सामर्थ्य है, वैसे ही बढ़ता हुआ भारत का मध्यम वर्ग भी एक बहुत बड़ी शक्ति है। मध्यम वर्ग को सशक्त बनाने के लिए हमारी सरकार ने बीते वर्षों में अनेकों निर्णय लिए और ईज ऑफ लिविंग को सुनिश्चित किया है। हमने टैक्स रेट को कम किया है, साथ ही प्रोसेस को सिंप्लीफाई, ट्रांसपेरेंट और फास्ट किया है। हमेशा मध्यम वर्ग के साथ खड़ी रहने वाली हमारी सरकार ने मध्यम वर्ग को टैक्स में बड़ी राहत दी है। ਸਰਕਾਰ ਵੱਲੋਂ ਇਸ ਬਜਟ ਨੂੰ ਅਰਥਚਾਰੇ ਨੂੰ ਮਜ਼ਬੂਤ ਕਰਨ ਵਾਲਾ ਬਜਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਵਿਰੋਧੀ ਧਿਰ ਵੱਲੋਂ ਸਰਕਾਰ ਦੇ ਦਾਅਵਿਆਂ ਤੇ ਸਵਾਲ ਚੁੱਕੇ ਜਾ ਰਹੇ ਨੇ, ਪਰ ਹੁਣ ਵੇਖਣਾ ਇਹ ਹੈ ਕਿ ਸਰਕਾਰ ਦਾ ਇਹ ਆਮ ਬਜਟ ਆਮ ਜਨਤਾ ਦੀ ਜੇਬ ਨੂੰ ਕਿੰਨਾ ਕੁ ਮਜ਼ਬੂਤ ਕਰੇਗਾ। ਬਿਊਰੋ ਰਿਪੋਰਟ PTC ਨਿਊਜ਼। ਤਾਂ ਜੀ ਹਾਂ, ਸਾਡੇ ਪੱਤਰਕਾਰ ਪਤਰਸ ਮਸੀਹ ਦੇ ਵੱਲੋਂ ਵੀ ਖਾਸ ਤੌਰ ਤੇ ਚਾਰਟਰਡ ਅਕਾਊਂਟੈਂਟ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਸਰਲ ਤੇ ਆਸਾਨ ਭਾਸ਼ਾ ਦੇ ਵਿੱਚ ਸ਼ਬਦਾਂ ਦੇ ਵਿੱਚ ਇਹ ਸਮਝਾ ਸਕੀਏ ਕਿ ਆਖਰ ਨਵੀਂ ਟੈਕਸ ਵਿਵਸਥਾ ਕੀ ਹੈ, ਨਵੀਂ ਟੈਕਸ ਸਲੈਬ ਕੀ ਹੈ। ਨੇ ਉਹਨਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਨਾਉਂਸਮੈਂਟ ਇਸ ਬਜਟ ਦੇ ਵਿੱਚ ਕੀਤੀਆਂ ਗਈਆਂ ਨੇ, ਕਈ ਤਰ੍ਹਾਂ ਦੀਆਂ ਤਜਵੀਜ਼ਾਂ ਹੈਗੀਆਂ ਨੇ, ਪਰ ਸਭ ਤੋਂ ਖਾਸ ਗੱਲ ਇਹ ਹੈ ਜਿਸ ਦੇ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਸਨ ਉਹ ਸੀ ਟੈਕਸ ਸਲੈਬ ਵਧਾਈ ਗਈ ਹੈ ਔਰ ਇਸ ਟੈਕਸ ਸਲੈਬ ਬਦਲਣ ਦੇ ਨਾਲ ਜਾਂ ਨਵੀਂ ਜਿਹੜੀ ਰਜੀਮ ਆਈ ਹੈ ਉਹਦੇ ਨਾਲ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਣ ਵਾਲਾ, ਖਾਸ ਤੌਰ ਤੇ ਉਹ ਲੋਕ ਜਿਹੜੇ ਤਨਖਾਹਾਂ ਵਾਲੇ ਨੇ, ਜਿਹੜੇ ਨੌਕਰੀ ਪੇਸ਼ਾ ਨੇ, ਜਿਹੜੇ ਕਾਰੋਬਾਰੀ ਨੇ ਜਾਂ ਵੱਖ-ਵੱਖ ਧੰਦਿਆਂ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਟੈਕਸ ਪੇ ਕਰਦੇ ਨੇ, ਉਹਨਾਂ ਨੂੰ ਕਿੰਨਾ ਕੁ ਲਾਭ ਹੋਣ ਵਾਲਾ, ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸਧਾਰਨ ਸ਼ਬਦਾਂ ਦੇ ਵਿੱਚ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਵਕਤ ਸਾਡੇ ਨਾਲ ਟੈਕਸੇਸ਼ਨ ਐਕਸਪਰਟ ਚਾਰਟਰਡ ਅਕਾਊਂਟੈਂਟ ਤੁਸ਼ਾਰ ਬਜਾਜ ਸਾਹਿਬ ਹੈਗੇ ਨੇ। ਸਰ, ਕਿਵੇਂ ਵੇਖਦੇ ਹੋ ਪਹਿਲਾਂ ਤਾਂ ਅੱਜ ਦਾ ਜਿਹੜਾ ਬਜਟ ਪੇਸ਼ ਕੀਤਾ ਗਿਆ ਟੈਕਸ ਸਲੈਬ ਨੂੰ ਲੈ ਕੇ ਕਿੰਨੀ ਕੁ ਰਾਹਤ ਮਿਲੀ ਲੋਕਾਂ ਨੂੰ? ਮੈਂ ਪਹਿਲੀ ਗੱਲ ਤਾਂ ਇਹ ਕਹਿਣਾ ਚਾਹੂੰਗਾ ਜੀ ਕਿ ਲੋਕਾਂ ਦਾ ਜਿਹੜਾ ਕਨਫਿਊਜ਼ਨ ਇਸ ਟਾਈਮ ਚੱਲ ਰਿਹਾ ਪੁਰਾਣੀ ਰਿਜਾਈਮ ਤੇ ਨਵੀਂ ਰਿਜਾਈਮ ਨੂੰ ਲੈ ਕੇ ਚੱਲ ਰਿਹਾ ਜੀ। ਓਲਡ ਰਿਜਾਈਮ ਦੇ ਬੈਨੀਫਿਟ ਉਹੀ ਨੇ ਜੋ ਪਹਿਲੇ ਸੀਗੇ, ਠੀਕ ਹੈ, ਉਹਦੇ ਵਿੱਚ ਕੋਈ ਬਦਲਾਵ ਨਹੀਂ ਆਇਆ। ਇਹ ਜਿੰਨੀ ਵੀ ਅਨਾਉਂਸਮੈਂਟਸ ਹੋਈਆਂ ਅੱਜ ਜਿੰਨੀ ਵੀ ਵਿੱਤ ਮੰਤਰਾਲੇ ਵੱਲੋਂ ਸਾਨੂੰ ਰਾਹਤ ਮਿਲੀ ਹੈ ਇਹ ਨਵੀਂ ਰਿਜਾਈਮ ਦੇ ਹਿਸਾਬ ਨਾਲ ਮਿਲੀ ਹੈ। ਜੇ 7 ਲੱਖ ਤੱਕ ਇਨਕਮ ਤੇ ਕੋਈ ਟੈਕਸ ਨਹੀਂ ਹੈਗਾ ਤੇ ਉਹ ਨਵੀਂ ਰਿਜਾਈਮ 'ਚ ਹੈ। ਪੁਰਾਣੀ ਰਿਜਾਈਮ ਦੇ ਵਿੱਚ 5 ਲੱਖ ਤੱਕ ਕੋਈ ਟੈਕਸ ਨਹੀਂ ਹੈਗਾ, ਠੀਕ ਹੈ ਜੀ। ਉਹ ਰਿਬੇਟ 5 ਲੱਖ ਤੱਕ ਹੀ ਹੈ, ਇਹ ਰਿਬੇਟ 7 ਲੱਖ ਤੱਕ ਨਵੀਂ ਰਿਜਾਈਮ ਦੀ ਹੈ। ਨਵੀਂ ਰਿਜਾਈਮ ਦੇ ਵਿੱਚ ਜਿਹੜੇ ਸੈਲਰੀਡ ਕਲਾਸ EMPLOYE ਨੇ ਉਹਨਾਂ ਨੂੰ ਅਗਰ ਉਹ HRA, ATC, ATD ਇਹਨਾਂ ਦਾ ਬੈਨੀਫਿਟ ਲੈ ਰਹੇ ਸੀ ਤੇ ਉਹ ਸਿਰਫ ਓਲਡ ਰਿਜਾਈਮ ਦੇ ਵਿੱਚ ਹੀ ਅਵੇਲੇਬਲ ਹੈਗਾ, ਠੀਕ ਹੈ। ਨਵੀਂ ਰਿਜਾਈਮ ਦੇ ਵਿੱਚ HRA, ATC, ATD ਇਹ ਡਿਡਕਸ਼ਨਸ ਨਹੀਂ ਮਿਲਣਗੀਆਂ। ਹਾਂ, ਜਿਹੜੀ ਗੱਲ ਧਿਆਨ ਦੇਣ ਵਾਲੀ ਹੈ ਉਹ ਇਹ ਹੈ ਕਿ ਸਟੈਂਡਰਡ ਡਿਡਕਸ਼ਨ ਜਿਹੜੀ ਕਿ ਸੈਕਸ਼ਨ 16 ਦਾ ਪਾਰਟ ਸੀ 50,000 ਦੀ ਜਿਹੜੀ ਡਿਡਕਸ਼ਨ ਸੀ ਉਹ ਓਲਡ ਰਿਜਾਈਮ ਦੇ ਵਿੱਚ ਅਵੇਲੇਬਲ ਸੀ, ਉਹ ਹੁਣ ਨਵੀਂ ਰਿਜਾਈਮ ਦੇ ਵਿੱਚ ਵੀ ਅਵੇਲੇਬਲ ਹੈਗੀ ਹੈ। ਇਹ ਵੀ ਇੱਕ ਬੜਾ ਵੱਡਾ ਰਾਹਤ ਦਾ ਪੁਆਇੰਟ ਹੈ, ਠੀਕ ਹੈ ਜੀ। ਉਹ ਦੂਸਰੀ ਗੱਲ ਅਸੀਂ ਕਰੀਏ ਕਿ ਲੋਕੀ ਕਹਿਣਗੇ ਫਿਰ ਸਾਨੂੰ ਨਵੀਂ ਰਿਜਾਈਮ ਦਾ ਫਾਇਦਾ ਕੀ ਹੋਇਆ ਜੇ ਸਾਨੂੰ ATC ਨਹੀਂ ਮਿਲਿਆ, ATD ਨਹੀਂ ਮਿਲਿਆ, HRA ਨਹੀਂ ਮਿਲਿਆ। ਨਹੀਂ, ਹਰ ਬੰਦੇ ਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰਕੇ ਦੇਖਣੀ ਪਏਗੀ। ਉਹਦਾ ਕਾਰਨ ਕੀ ਹੈ ਕਿ ਪੁਰਾਣੀ ਰਿਜਾਈਮ ਦੇ ਵਿੱਚ ਜੋ ਟੈਕਸ ਰੇਟ ਸੀਗੇ ਉਹ ਪਹਿਲੇ 2.5 ਲੱਖ ਤੱਕ 0, ਫਿਰ 2.5 ਤੋਂ 5 ਤੱਕ 5%, 5 ਤੋਂ 10 ਤੱਕ 20% ਤੇ 10 ਤੋਂ ਉੱਪਰ 30%, ਠੀਕ ਹੈ, ਜਿਹਦੇ ਨਾਲ ਟੈਕਸ ਜ਼ਿਆਦਾ ਬਣਦਾ ਹੈ। ਨਵੀਂ ਰਿਜਾਈਮ ਦੇ ਵਿੱਚ ਜਿਹੜਾ ਹੈਗਾ
ਇੱਕ ਤਾਂ 7 ਲੱਖ ਤੱਕ ਕੋਈ ਟੈਕਸ ਨਹੀਂ ਹੈ, ਜਿਹਦੀ ਰਿਟਰਨ 7 ਲੱਖ ਤੱਕ ਹੈਗੀ ਹੈ। ਪਰ ਜੇ ਤੁਹਾਡੀ ਇਨਕਮ 7 ਲੱਖ ਤੋਂ ਉੱਪਰ ਹੈਗੀ ਹੈ, ਫਿਰ ਸਲੈਬ ਕਿਸ ਅਨੁਸਾਰ ਨੇ। ਉਧਰ ਆਮ ਲੋਕਾਂ ਦੇ ਲਈ ਪੇਸ਼ ਕੀਤੇ ਗਏ ਇਸ ਬਜਟ ਤੇ ਆਮ ਆਦਮੀ ਪਾਰਟੀ ਦਾ ਕੀ ਕਹਿਣਾ ਹੈ, ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਕੀ ਕਹਿਣਾ ਹੈ, ਤੁਹਾਨੂੰ ਉਹ ਵੀ ਸੁਣਵਾ ਦਿੰਦੇ ਹਾਂ। ਲਓ ਸੁਣੋ। पब्लिक डे से पंजाब गायब था, अब देश के बजट से पंजाब गायब है। ये समझ नहीं आती कौन सा बदला ले रहे हैं ये पंजाबियों से। हमने, क्योंकि बॉर्डर स्टेट है, हमने 1000 करोड़ रुपए की मांग की थी कि बीएसएफ उनको अपग्रेड करने के लिए, मॉडर्नाइजेशन करने के लिए बॉर्डर की, क्योंकि ड्रोन वगैरह बहुत आते हैं, एंटी ड्रोन सिस्टम लॉन्च करने के लिए, उसका नाम भी नहीं लिया गया। तो सिर्फ कागज में लिपटा हुआ एक लिखती एक स्क्रिप्ट थी। इससे पहले भी बजट में पेश कहा गया था आने वाले 2023 में, 2024 में हम किसानों की आय दुगनी कर देंगे। कहाँ दुगनी की है आय उनकी? एमएसपी के नाम से तो ये सरकार, मेरे ख्याल में सेंटर सरकार जो है, चिढ़ती है। तो किसानों से एक किस्म का बदला लिया गया है, क्योंकि उन्होंने आंदोलन किया था, इतना बड़ा आंदोलन किया था, तो किसानों के बारे में कुछ नहीं बोला गया, कोई एमएसपी नहीं दी गई। तो मुझे तो लगता है ये कोई बदला ले रहे हैं पंजाब से। लेकिन पंजाब जो है वो एक ऐसी स्टेट है जिसने 90% कुर्बानियां देश को आज़ाद करवाने में और अभी भी देश की आज़ादी को कायम रखने में हम कुर्बानियां दे रहे हैं। तो ऐसा पंजाब के साथ अन्याय जो है वो अच्छा नहीं है। और हम जब डिमांड फॉर ग्रांट्स बजट पे डिबेट चलेगी तो हमारे जो साथी सांसद हैं राज्यसभा में, हम ये बातें माननीय वित्त मंत्री जी को याद कराएंगे कि पंजाब को आप देश का हिस्सा मानो, पंजाब को देश में से मनफी नहीं कर सकते। ਤਾਂ ਜੀ ਹਾਂ, ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰ ਸਰਕਾਰ ਤੇ ਸ਼ਬਦੀ ਵਾਰ ਕੀਤੇ ਜਾ ਰਹੇ ਨੇ, ਇਸ ਬਜਟ ਨੂੰ ਲੈ ਕੇ ਸਰਕਾਰ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ, ਤਾਂ ਦੂਜੇ ਪਾਸੇ ਆਮ ਲੋਕ ਹੋਣ, ਕਿਸਾਨ ਹੋਣ ਜਾਂ ਫਿਰ ਛੋਟੇ ਵਪਾਰੀ ਹੀ ਕਿਉਂ ਨਾ ਹੋਣ, ਕੋਈ ਵੀ ਇਸ ਬਜਟ ਤੋਂ ਕੁਝ ਖਾਸ ਖੁਸ਼ ਨਜ਼ਰ ਨਹੀਂ ਆ ਰਿਹਾ। ਬਹੁਤ ਨਿਰਾਸ਼ਾਜਨਕ ਬਜਟ ਹੈ, ਕਿਉਂਕਿ ਬੜੀ ਆਸ ਉਮੀਦ ਦੇ ਨਾਲ ਅਸੀਂ ਕੱਲ ਤੋਂ ਲੱਗੇ ਸੀਗੇ। ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਡਿਸਕਸ਼ਨਸ ਚੱਲ ਰਹੀਆਂ ਸੀ, ਸਾਨੂੰ ਇਹ ਲੱਗਦਾ ਸੀ ਵੀ ਜਿਹੜਾ ਲਾਸਟ ਬਜਟ ਹੈ ਇਸ ਗਵਰਨਮੈਂਟ ਦਾ, ਇਸ ਟਨਿਓਰ ਦਾ, ਉਹਦੇ ਵਿੱਚ ਕੁਝ ਖੇਤੀ ਸੈਕਟਰ ਲਈ ਜਾਂ ਕਿਸਾਨ ਨੂੰ ਜਿਹੜਾ ਬੜਾ ਕਹਿ ਰਹੇ ਆ ਵੀ ਮੈਂ ਕਿਸਾਨ ਦੇ ਨਾਲ ਹਾਂ, ਕਿਸਾਨ ਦੀ ਜਿਹੜੀ ਆਮਦਨ ਆ ਉਹ ਦੁੱਗਣੀ ਕਰੂੰਗਾ, ਕਿਉਂਕਿ 2014 ਦੇ ਵਿੱਚ ਕਿਹਾ ਸੀ ਤੇ 22 ਦੇ ਵਿੱਚ ਦੁੱਗਣੀ ਕਰਨੀ ਸੀ। ਸਾਨੂੰ ਇਹ ਉਮੀਦ ਸੀ ਵੀ ਹੁਣ ਜਿਹੜਾ ਇਹ ਬਜਟ ਹੈ ਇਹਦੇ ਵਿੱਚ ਇਨਕਮ ਜ਼ਰੂਰ ਡਬਲ ਕਰਨਗੇ, ਕੋਈ ਇਹੋ ਜਿਹੀ ਨਵੀਂ ਨੀਤੀ ਲਿਆਉਣਗੇ ਜਿਹਦੇ ਨਾਲ ਕਿਸਾਨ ਦੀ ਇਨਕਮ ਵਧੂਗੀ। ਪਰ ਬੜਾ ਨਿਰਾਸ਼ਾ ਹੋਈ ਸੁਣ ਕੇ ਵੀ ਕੋਈ ਵੀ ਨਹੀਂ, ਇਹਦੇ ਵਿੱਚ ਇੱਕ ਅੰਕੜਿਆਂ ਨਾਲ ਪਲੇ ਕੀਤਾ ਗਿਆ ਹੋਇਆ। ਕੁਝ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਜਿਵੇਂ ਕਿ ਸੀਤਾਰਮਨ ਨੇ ਮੈਡਮ ਨੇ ਵੀ ਕਿਹਾ ਕਿ ਜਿਹੜੇ 4 ਬਜਟ ਪਹਿਲਾਂ ਮੈਂ ਪੇਸ਼ ਕੀਤੇ ਨੇ, ਉਹਦਾ 5ਵਾਂ ਬਜਟ ਇੱਕ ਬਲੂ ਪ੍ਰਿੰਟ ਹੋਊਗਾ। ਫਿਰ ਇਹ ਬੀਜੇਪੀ ਦਾ ਲਾਸਟ ਦੌਰ ਦਾ 10ਵਾਂ ਬਜਟ ਸੀ। ਔਰ ਸਭ ਤੋਂ ਵੱਡੀ ਗੱਲ ਕਿ 1924 ਦੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਉਹਦੇ ਤੋਂ ਪਹਿਲਾਂ ਵਾਲਾ ਬਜਟ ਸੀ ਤੇ ਬਹੁਤ ਆਸਾਂ ਸਨ। ਸਭ ਤੋਂ ਵੱਡੀ ਜਿਹੜੀ ਸਾਡੀ 2-3 ਸਾਲ ਤੋਂ ਪ੍ਰਧਾਨ ਮੰਤਰੀ ਨੇ ਭਾਸ਼ਣ ਦੇ ਕੇ, ਬੀਜੇਪੀ ਦੇ ਆਗੂਆਂ ਨੇ ਭਾਸ਼ਣ ਦੇ ਕੇ ਕਿ ਕਿਸਾਨਾਂ ਦੀ ਜਿਹੜੀ ਆਮਦਨ ਅਸੀਂ ਦੁੱਗਣੀ ਕਰ ਦੇਵਾਂਗੇ, ਉਹਦਾ ਕਿਤੇ ਨਾਮ ਨਹੀਂ। ਇੰਡਸਟਰੀ ਵਾਸਤੇ ਗਏ, ਉਹਦਾ ਇੰਡਸਟਰੀ ਵਾਸਤੇ ਕੋਈ ਬੈਨੀਫਿਟ ਨਹੀਂ ਹੋਇਆ। ਇੰਡਸਟਰੀ ਵਾਸਤੇ ਕੁਝ ਨਹੀਂ ਦਿੱਤਾ ਉਹਨਾਂ ਨੇ, ਇੰਡਸਟਰੀ ਵਾਸਤੇ ਕੁਝ ਬੋਲਿਆ ਹੀ ਨਹੀਂਗਾ ਕੁਝ ਵੀ। ਸਮਾਲ ਸਕੇਲ ਇੰਡਸਟਰੀ ਹੈ ਸਾਡੀ, ਤਾਂ ਬਿਲਕੁਲ ਸਮਾਲ, ਸਪੋਰਟਸ ਦੀ ਬਿਲਕੁਲ ਸਮਾਲ ਸਕੇਲ ਇੰਡਸਟਰੀ ਹੈ, ਮੈਨੂਅਲ ਜ਼ਿਆਦਾ ਹੈਗਾ ਕੰਮ, ਇਸ ਕਰਕੇ ਕੋਈ ਬੈਨੀਫਿਟ ਉਹਦਾ ਕੋਈ ਨਹੀਂ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਹੁਣ ਗੱਲ ਕਰਦੇ ਹਾਂ ਖੰਨਾ ਪੁਲਿਸ ਦੇ ਹੱਥ ਲੱਗੀ ਇੱਕ ਅਜਿਹੀ ਕਾਮਯਾਬੀ ਦੀ ਜਿਸ ਨੇ ਵਿਰੋਧੀਆਂ ਨੂੰ ਮੌਕਾ ਦੇ ਦਿੱਤਾ ਹੈ ਸੂਬਾ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧਣ ਦਾ। ਦਰਅਸਲ ਖੰਨਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਜੋ ਬਾਰਡਰੋਂ ਪਾਰ ਤੋਂ ਹਥਿਆਰ ਮੰਗਾ ਕੇ ਗੈਂਗਸਟਰ ਨੂੰ ਸਪਲਾਈ ਕਰਦਾ ਸੀ। ਇਸ ਗਿਰੋਹ ਦੇ 3 ਮੈਂਬਰ ਕਾਬੂ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਅਜਿਹਾ ਹੈ ਜਿਸ ਨੇ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ, ਕਿਉਂਕਿ ਇਹ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਹੈ ਤੇ ਮੁਲਜ਼ਮ ਖੁਦ ਕਹਿ ਰਿਹਾ ਹੈ ਕਿ ਹਾਂ, ਮੈਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ, ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ। ਇਨ੍ਹਾਂ ਤਸਵੀਰਾਂ 'ਚ ਨਜ਼ਰ ਆ ਰਹੇ 2 ਲੋਕਾਂ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਪਹਿਲੇ ਨੇ ਆਪ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ
ਜਰਨੈਲ ਸਿੰਘ, ਦੂਜੇ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ। ਪਰ ਅੱਜ ਗੱਲ ਇਹਨਾਂ ਦੋਵਾਂ ਦੀ ਨਹੀਂ, ਗੱਲ ਇੱਕ ਤੀਜੇ ਸ਼ਖਸ ਦੀ ਕਰਾਂਗੇ ਜੋ ਛਾਤੀ ਤਾਣ ਕੇ ਆਮ ਆਦਮੀ ਪਾਰਟੀ ਦੇ ਦੋ ਸੀਨੀਅਰ ਆਗੂਆਂ ਦੇ ਨਾਲ ਫੋਟੋਆਂ ਖਿਚਵਾ ਰਿਹਾ ਹੈ, ਪਾਰਟੀ 'ਚ ਸ਼ਾਮਲ ਹੋ ਰਿਹਾ ਹੈ ਤੇ ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜੋ ਹੁਣ ਮੂੰਹ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਆਮ ਆਦਮੀ ਪਾਰਟੀ ਦੇ ਇਸ ਵਰਕਰ, ਇਸ ਯੂਥ ਆਗੂ ਤੇ ਇਲਜ਼ਾਮ ਵੀ ਇੰਨੇ ਗੰਭੀਰ ਲੱਗੇ ਨੇ ਜਿਨ੍ਹਾਂ ਦੇ ਬਾਰੇ ਜਾਣਨ ਤੋਂ ਬਾਅਦ ਤੁਹਾਡੇ ਵੀ ਹੋਸ਼ ਫਾਖਤਾ ਹੋ ਜਾਣਗੇ। ਜੀ ਹਾਂ, ਆਮ ਆਦਮੀ ਪਾਰਟੀ ਦੇ ਇਸ ਯੂਥ ਆਗੂ ਤੇ ਇਲਜ਼ਾਮ ਲੱਗੇ ਨੇ ਸੂਬੇ ਨੂੰ ਦਹਿਲਾਉਣ ਵਾਲੇ ਗੈਂਗਸਟਰ ਦੀ ਮਦਦ ਕਰਨ ਦੇ, ਵਿਦੇਸ਼ਾਂ ਤੋਂ ਹਥਿਆਰ ਮੰਗਵਾ ਕੇ ਉਹਨਾਂ ਨੂੰ ਗੈਂਗਸਟਰਾਂ ਨੂੰ ਸਪਲਾਈ ਕਰਨ ਦੇ। ਜੀ ਹਾਂ, ਖੰਨਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਜੋ ਬਾਰਡਰ ਰਾਹੀਂ ਹਥਿਆਰ ਮੰਗਵਾ ਕੇ ਗੈਂਗਸਟਰ ਨੂੰ ਸਪਲਾਈ ਕਰਦਾ ਸੀ, ਪੁਲਿਸ ਨੇ ਇਸ ਗੈਂਗ ਦੇ 3 ਮੈਂਬਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਚੋਂ ਇੱਕ ਆਮ ਆਦਮੀ ਪਾਰਟੀ ਦਾ ਦੀਪਕ ਗੋਇਲ ਵੀ ਹੈ। ਜਿਹੜੇ ਆਰਮਸ ਰਿਕਵਰੀ ਹੈ ਉਹਦੇ ਵਿੱਚ ਸਾਨੂੰ ਟੋਟਲ 6 ਵੈਪਨਸ ਰਿਕਵਰ ਹੋਏ हैं, 19 ਰਾउंड रिकवर हुए हैं और 3 राउंड ਹੋਰ ਰਿਕਵਰ ਹੋਏ हैं जो 32 ਬੋਰ ਹੈ। ਉਹਦੇ ਵਿੱਚ 3 ਵਿਅਕਤੀ ਜੋ ਹੈ ਅਰੈਸਟ ਹੋਏ हैं, ਰਾਉਂਡ ਅਪ ਕੀਤੇ ਗਏ हैं। ਉਹ 26 ਤਾਰੀਖ ਨੂੰ ਮੁਕੱਦਮਾ ਦਰਜ ਹੋਇਆ ਸੀ, ਜਿਸ ਦੇ ਵਿੱਚ ਇੱਕ ਆਕਾਸ਼ ਨਾਮ ਦਾ ਵਿਅਕਤੀ ਜੋ ਸੀ ਉਹ ਰਾਉਂਡ ਅਪ ਹੋਇਆ ਸੀ। ਉਹਦੇ ਕੋਲੋਂ ਗਲੌਕ ਪਿਸਟਲ ਰਿਕਵਰ ਹੋਇਆ ਸੀਗਾ। ਉਹਦੀ ਪੁੱਛਗਿੱਛ ਦੌਰਾਨ ਪਰਮਿੰਦਰ ਸਿੰਘ ਐਲੀਅਸ ਪਿੰਦਰੀ ਨਾਮ ਦਾ ਵਿਅਕਤੀ ਉਹ ਵੀ ਰਾਉਂਡ ਅਪ ਹੋਇਆ ਹੈ, ਜੋ ਵੀ ਵੈਪਨ ਸਮਗਲਿੰਗ ਦੇ ਵਿੱਚ ਇਨਵੋਲਵਡ ਹੈ। ਉਹਨਾਂ ਦੀ ਜਦੋਂ ਜੁਆਇੰਟਲੀ ਇੰਟਰੋਗੇਸ਼ਨ ਉਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਗਈ ਸੀ, ਉਸ ਤੋਂ ਇੱਕ ਦੀਪਕ ਗੋਇਲ ਨਾਮ ਦਾ ਬੰਦਾ ਆਈਡੈਂਟੀਫਾਈ ਹੋਇਆ ਹੈ, ਜੋ ਕਿ ਇਹਨਾਂ ਦੇ ਦੱਸਣ ਮੁਤਾਬਿਕ ਆਰਮਸ ਦੀ ਸਮਗਲਿੰਗ ਕਰਦਾ ਹੈ ਤੇ ਉਹਦੇ ਕੋਲ ਵੈਪਨਸ ਵੀ, ਇਲੀਗਲ ਵੈਪਨਸ ਵੀ ਮੌਜੂਦ ਹੈ। ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ, ਉਹਦੇ ਕੋਲੋਂ ਵੀ 5 ਵੈਪਨ ਰਿਕਵਰ ਹੋਏ हैं, ਜਿਸ ਦੇ ਵਿੱਚ ਇੱਕ ਪਿਸਟਲ ਸੀ, 4 ਦੇਸੀ ਕੱਟੇ ਸੀ ਔਰ ਕਾਫੀ ਜ਼ਿਆਦਾ ਅਮਾਉਂਟ ਦੇ ਵਿੱਚ ਜੋ ਰਾਉਂਡਸ ਮਿਲੇ, ਲਾਈਵ ਰਾਉਂਡ। ਜੀ ਹਾਂ, ਪੁਲਿਸ ਨੇ ਇਸ ਗਿਰੋਹ ਦੇ ਮੈਂਬਰਾਂ ਕੋਲੋਂ 6 ਹਥਿਆਰ, 22 ਰੌਂਦ ਤੇ 2 ਗੱਡੀਆਂ ਵੀ ਬਰਾਮਦ ਕੀਤੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗ ਦੇ ਤਾਰ ਗੈਂਗਸਟਰ ਸੁਖਪ੍ਰੀਤ ਬੁੱਢਾ ਨਾਲ ਜੁੜੇ ਨੇ ਤੇ ਮੁਲਜ਼ਮ ਆਪ ਵਰਕਰ ਦੀਪਕ ਗੋਇਲ ਨੇ ਪਾਰਟੀ ਚੰਡੀਗੜ੍ਹ 'ਚ ਜਰਨੈਲ ਸਿੰਘ ਤੇ ਮਨਵਿੰਦਰ ਸਿੰਘ ਗਿਆਸਪੁਰਾ ਦੀ ਮੌਜੂਦਗੀ 'ਚ ਤਕਰੀਬਨ 1 ਸਾਲ ਪਹਿਲਾਂ ਜੁਆਇਨ ਕੀਤੀ ਸੀ। ਪੁਲਿਸ ਮੁਤਾਬਕ ਇਹ ਗੈਂਗ ਪੰਜਾਬ ਨੂੰ ਦਹਿਲਾਉਣ ਦੀ, ਕਈਆਂ ਨੂੰ ਮੌਤ ਦੇ ਘਾਟ ਉਤਾਰਨ ਦੀ ਤਿਆਰੀ ਕਰ ਰਿਹਾ ਸੀ, ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਹੱਥੇ ਚੜ ਗਿਆ। ਕੇਸ ਕਾਫੀ ਇੰਪੋਰਟੈਂਟ ਬਣ ਜਾਂਦਾ ਕਿ ਗਲੌਕ ਪਿਸਟਲ ਜੋ ਹੈ ਉਹ ਨਾਰਮਲੀ ਅਵੇਲੇਬਲ ਨਹੀਂ ਹੁੰਦਾ, ਉਹ ਜਾਂ ਤੋਂ ਸਰਕਾਰੀ ਅਫਸਰਾਂ ਦੇ ਕੋਲ ਹੁੰਦਾ ਹੈ। ਅਦਰਵਾਈਜ਼ ਇਹ ਜੋ ਸਾਨੂੰ ਵੀ ਇਹਦੇ ਵਿੱਚ ਅੰਦਾਜ਼ਾ ਹੈ ਕਿ ਹੋ ਸਕਦਾ ਹੈ ਕਿ ਇਹ ਅਕ੍ਰੋਸ ਦ ਬਾਰਡਰ ਸਮਗਲਿੰਗ ਜਾਂ ਕਿਸੇ ਹੋਰ ਰੂਟ ਦੇ ਥਰੂ ਇਹ ਲਾਇਆ ਗਿਆ, ਜਿਸ ਦੀ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ, ਕਿਹੜੇ ਗੈਂਗਸਟਰਾਂ ਦੇ ਨਾਲ ਇਹਦੇ ਸੰਬੰਧ ਹੁਣ ਤੱਕ ਜਿਹੜੇ ਸਾਹਮਣੇ ਆਏ ਨੇ? 2 ਜੋ ਅਕਿਊਜ਼ ਹੈ, ਆਕਾਸ਼ ਤੇ ਪਿੰਦਰੀ, ਇਹਨਾਂ ਦੇ ਅਗੇਂਸਟ ਪਹਿਲਾਂ ਵੀ ਇੱਕ ਪਰਚਾ ਰਜਿਸਟਰਡ ਹੈ, ਜਿਹਦੇ ਵਿੱਚ ਇਹਨਾਂ ਨੇ ਸੁਖਪ੍ਰੀਤ ਬੁੱਢਾ ਜਿਹੜਾ ਗੈਂਗਸਟਰ ਹੈਗਾ ਉਹਦੇ ਸਾਥੀ ਨੂੰ ਠਹਿਰ ਪ੍ਰੋਵਾਈਡ ਕੀਤੀ ਸੀ ਔਰ ਹੁਣ ਵੀ ਉਹਨਾਂ ਦੇ ਕੋਲ ਕਾਫੀ ਵੈਪਨਸ ਵਗੈਰਾ ਵੀ ਰਿਕਵਰ ਹੋਏ हैं, ਜਿਸ ਕਰਕੇ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਫਰਦਰ ਕਿ ਇਹਨਾਂ ਦੇ ਲਿੰਕਸ ਹਲੇ ਵੀ ਉਹਨਾਂ ਦੇ ਨਾਲ ਹੈਗੇ। ਉੱਥੇ ਹੀ ਮੁਲਜ਼ਮ ਦੀਪਕ ਗੋਇਲ ਖੁਦ ਇਹ ਮੰਨਦਾ ਨਜ਼ਰ ਆਇਆ ਕਿ ਹਾਂ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ ਹਾਂ, ਪਾਰਟੀ ਲਈ ਕੰਮ ਕਰ ਰਿਹਾ ਸੀ, ਪਾਰਟੀ ਦਾ ਹਿੱਸਾ ਸੀ। ਆਮ ਆਦਮੀ ਪਾਰਟੀ ਕਿਹਨੇ ਜੁਆਇਨ ਕਰਾਈ ਸੀ? ਚੰਡੀਗੜ੍ਹ ਕੀਤੀ ਸੀ। ਗਿਆਸਪੁਰ ਨਾਲ ਕੀ ਸੰਬੰਧ ਸੀਗੇ ਤੁਹਾਡੇ? ਕੋਈ ਸੰਬੰਧ ਨਹੀਂ ਹੈ ਕਿ ਪਾਰਟੀ ਵਰਕਰ ਆ। ਤੇ ਆਮ ਆਦਮੀ ਪਾਰਟੀ ਦਾ ਕਿਹੜਾ ਅਹੁਦਾ ਤੁਹਾਡੇ ਕੋਲ? ਹਾਂਜੀ, ਕੋਈ ਅਹੁਦਾ ਨਹੀਂ ਹੈਗਾ। ਨਹੀਂ ਤਾਂ ਤੁਹਾਨੂੰ ਕਿਹਨੇ ਜੁਆਇਨ ਕਰਾਇਆ ਸੀ ਉੱਥੇ ਚੰਡੀਗੜ੍ਹ? ਆਪ ਹੀ ਕਰਕੇ ਆਏ ਸੀ ਅਸੀਂ। ਕਿੰਨੇ ਚਿਰ ਤੁਸੀਂ ਆਪ ਕੰਮ ਕਰ ਰਹੇ? ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ, ਇਹਨਾਂ ਖੁਲਾਸਿਆਂ ਤੋਂ ਬਾਅਦ, ਆਪ ਦੇ ਇਸ ਖਤਰਨਾਕ ਆਮ ਆਦਮੀ ਦੀ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਮੁੜ ਤੋਂ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ। ਦੂਜੇ ਪਾਸੇ ਪੁਲਿਸ ਨੂੰ ਮੁਲਜ਼ਮਾਂ ਕੋਲੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਖੰਨਾ ਤੋਂ ਗੁਰਦੀਪ ਸਿੰਘ ਦੇ ਨਾਲ PTC ਨਿਊਜ਼। ਤਾਂ ਅੱਜ ਦੇ ਇਸ ਖਾਸ ਪ੍ਰੋਗਰਾਮ 'ਚ ਮੇਰੇ ਨਾਲ ਫਿਲਹਾਲ ਬਸ ਇੰਨਾ ਹੀ, ਪਰ PTC ਨਿਊਜ਼ ਤੇ ਖਬਰਾਂ ਦਾ ਸਿਲਸਿਲਾ ਰਹੇਗਾ ਜਾਰੀ। ਤੁਸੀਂ ਜੁੜੇ ਰਹੋ PTC ਨਿਊਜ਼ ਦੇ ਨਾਲ। ਫਿਲਹਾਲ ਮੈਨੂੰ ਆਇਨ ਲਵਪ੍ਰੀਤ ਬੰਗੜ ਤੇ ਮੇਰੇ ਕੈਮਰਾ ਪਰਸਨ ਜਸਬੀਰ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਰੱਬ ਰਾਖਾ।